Welcome to the Punjab PTE. Punjab PTE offers online PTE coaching. We also offer one-to-one online coaching. To get more info, please contact us on punjabpte@gmail.com, or you can send us WhatsApp or Telegram message on given number. Your PTE journey begins now. Hello everyone, welcome to the Punjab PTE. Thanks for liking my previous videos. We also have Facebook and Instagram page where you can get updated information regarding available dates for PTE tests in Australia, or if there is any change in PTE criteria. And if you have any questions, you can contact us there, or you can send us text, WhatsApp or Telegram message on given number. So please follow us on social media. The links are in description. ਹਾਂਜੀ, ਅੱਜ ਅਸੀਂ ਗੱਲ ਕਰਾਂਗੇ ਜੀ ਰਿਪੀਟ ਸੈਂਟੈਂਸ ਬਾਰੇ। ਰਿਪੀਟ ਸੈਂਟੈਂਸ ਸਪੀਕਿੰਗ ਦਾ ਸੈਕੰਡ ਕੁਐਸਚਨ ਹੈ ਆਫਟਰ ਦਾ ਰੀਡ ਅਲਾਉਡ। ਰਿਪੀਟ ਸੈਂਟੈਂਸ ਤੇ ਤੁਹਾਨੂੰ 10 ਤੋਂ 12 ਕੁਐਸਚਨਸ ਆਉਂਦੇ ਨੇ ਤੇ ਇਸ ਵਿੱਚ ਤੁਹਾਨੂੰ 3 ਸੈਕਿੰਡਸ ਪ੍ਰੈਪਰੇਸ਼ਨ ਟਾਈਮ ਮਿਲਦਾ ਹੈ। ਹੁਣ ਟਾਸਕ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਇੱਕ ਸੈਂਟੈਂਸ ਸੁਣਦੇ ਹੋ, ਦੈਨ ਤੁਸੀਂ ਵੇਟ ਕਰਦੇ ਹੋ ਬੀਪ ਸਾਊਂਡ ਦੀ, ਜਾਂ ਤੁਸੀਂ ਵੇਟ ਕਰਦੇ ਹੋ ਰਿਕਾਰਡਿੰਗ ਸਟਾਰਟ ਹੋਣ ਦੀ। ਜਦੋਂ ਰਿਕਾਰਡਿੰਗ ਸਟਾਰਟ ਹੋ ਜਾਂਦੀ ਹੈ, ਤੁਸੀਂ ਜਿਹੜਾ ਵੀ ਸੈਂਟੈਂਸ ਸੁਣਿਆ ਤੁਸੀਂ ਉਸ ਨੂੰ ਰਿਪੀਟ ਕਰਨਾ ਹੁੰਦਾ ਹੈ। ਮੈਂ ਇੱਕ ਵਾਰ ਦੁਬਾਰਾ ਸਮਝਾ ਦੇਣਾ। ਤੁਸੀਂ ਇੱਕ ਸੈਂਟੈਂਸ ਸੁਣਦੇ ਹੋ, ਦੈਨ ਤੁਸੀਂ ਵੇਟ ਕਰਦੇ ਹੋ ਰਿਕਾਰਡਿੰਗ ਸਟਾਰਟ ਹੋਣ ਦੀ ਜਾਂ ਫਿਰ ਬੀਪ ਸਾਊਂਡ ਦੀ, ਤੇ ਜੋ ਵੀ ਸੈਂਟੈਂਸ ਤੁਸੀਂ ਸੁਣਿਆ ਤੁਸੀਂ ਉਸ ਨੂੰ ਰਿਪੀਟ ਕਰ ਦਿੰਦੇ ਹੋ। ਹੁਣ ਗੱਲ ਕਰਦੇ ਹਾਂ ਜੀ ਸੈਂਟੈਂਸ ਦੇ ਲੈਂਥ ਦੀ। ਜਿਹੜੀ ਸੈਂਟੈਂਸ ਦੀ ਲੈਂਥ ਹੈ ਉਹ ਹੁੰਦੀ ਹੈ 3 to 9 seconds ਦੀ, ਔਰ which means 7 ਤੋਂ 14 words। ਇਹ ਸੀ ਜੀ ਬੇਸਿਕ ਇਨਫੋਰਮੇਸ਼ਨ ਰਿਪੀਟ ਸੈਂਟੈਂਸ ਦੇ ਟਾਸਕ ਬਾਰੇ। ਇਸ ਨੂੰ ਬੈਟਰ ਸਮਝਣ ਲਈ ਆਪਾਂ ਇੱਕ ਐਗਜ਼ਾਮਪਲ ਦੇਖ ਲੈਂਦੇ ਹਾਂ। Every living thing begins as a single cell. Every living thing begins as a single cell. ਹਾਂਜੀ, ਇਹ ਸੀ ਜੀ ਐਗਜ਼ਾਮਪਲ ਰਿਪੀਟ ਸੈਂਟੈਂਸ ਦੀ। ਜਿੱਦਾਂ ਕਿ ਤੁਸੀਂ ਦੇਖਿਆ ਕਿ ਜਦੋਂ ਕੰਪਿਊਟਰ ਸੈਂਟੈਂਸ ਬੋਲ ਰਿਹਾ ਸੀ ਤੇ ਇਹ ਵਾਲੀਆਂ ਬਾਰਸ ਅੱਗੇ ਨੂੰ ਜਾ ਰਹੀਆਂ ਸੀ। ਹੁਣ ਤੁਸੀਂ ਆਪਣਾ ਆਨਸਰ ਕਦੋਂ ਰਿਕਾਰਡ ਕਰਨਾ ਹੈ? ਜਦੋਂ ਕਿ ਤੁਸੀਂ ਇੱਕ ਬੀਪ ਸਾਊਂਡ ਸੁਣੋ, ਲੇਕਿਨ ਸਮਟਾਈਮਸ ਕੀ ਹੁੰਦਾ ਕਿ ਕੰਪਿਊਟਰ ਬੀਪ ਨਹੀਂ ਕਰਦਾ, ਦੈਨ ਤੁਸੀਂ ਇਸ ਸੈਕਸ਼ਨ ਤੇ ਧਿਆਨ ਦੇਣਾ ਕਿ ਤੁਹਾਡੀ ਜਦੋਂ ਰਿਕਾਰਡਿੰਗ ਸਟਾਰਟ ਹੋ ਰਹੀ ਹੈ ਤੁਸੀਂ ਉਦੋਂ ਆਨਸਰ ਦੇਣਾ ਹੈ। ਜਿੱਦਾਂ ਕਿ ਤੁਸੀਂ ਦੇਖਿਆ ਕਿ ਇਸ ਕੁਐਸਚਨ ਦਾ ਆਨਸਰ ਸੀ ਐਵਰੀ ਲਿਵਿੰਗ ਥਿੰਗ ਬਿਗਨਸ ਐਜ਼ ਏ ਸਿੰਗਲ ਸੈਲ। ਸੋ ਇਹ ਵਾਲਾ ਆਨਸਰ ਆਪਾਂ ਉਦੋਂ ਬੋਲਣਾ ਹੈ ਜਦੋਂ ਇਸ ਸੈਕਸ਼ਨ ਵਿੱਚ ਸਾਡੀ ਰਿਕਾਰਡਿੰਗ ਸਟਾਰਟ ਹੋ ਗਈ। ਤੇ ਹੁਣ ਮੈਂ ਤੁਹਾਨੂੰ ਦਵਾਂਗਾ ਇਸ ਕੁਐਸਚਨ ਨੂੰ ਸੋਲਵ ਕਰਨ ਦੀਆਂ ਟਿਪਸ। ਉਸ ਤੋਂ ਪਹਿਲਾਂ ਆਪਾਂ ਇਸ ਕੁਐਸਚਨ ਦੀ ਮਾਰਕਿੰਗ ਦੇਖ ਲੈਂਦੇ ਹਾਂ। ਹਾਂਜੀ, ਰਿਪੀਟ ਸੈਂਟੈਂਸ ਦੀ ਮਾਰਕਿੰਗ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਜਿਹੜੇ ਰਿਪੀਟ ਸੈਂਟੈਂਸ ਨੇ ਉਹ ਕੰਟਰੀਬਿਊਟ ਕਰਦੇ ਨੇ ਸਾਡੇ ਸਪੀਕਿੰਗ ਅਤੇ ਲਿਸਨਿੰਗ ਸਕੋਰਸ ਦੇ ਵਿੱਚ। ਸਪੀਕਿੰਗ ਵਿੱਚ ਕੰਟਰੀਬਿਊਟ ਕਿਉਂ ਕਰਦੇ ਨੇ? ਕਿਉਂਕਿ ਆਪਾਂ ਇਸ ਕੁਐਸਚਨ ਦਾ ਆਨਸਰ ਬੋਲ ਕੇ ਦੇਣਾ ਹੁੰਦਾ ਹੈ। ਤੇ ਲਿਸਨਿੰਗ ਵਿੱਚ ਕੰਟਰੀਬਿਊਟ ਇਸ ਕਰਕੇ ਕਰਦੇ ਨੇ ਕਿਉਂਕਿ ਆਪਾਂ ਸੈਂਟੈਂਸ ਨੂੰ ਸੁਣਨਾ ਹੁੰਦਾ ਹੈ। ਜਿਹੜਾ ਸੈਂਟੈਂਸ ਕੰਪਿਊਟਰ ਬੋਲਦਾ ਹੈ ਉਸ ਨੂੰ ਆਪਾਂ ਸੁਣਨਾ ਹੁੰਦਾ ਹੈ, ਇਸ ਕਰਕੇ ਲਿਸਨਿੰਗ ਵਿੱਚ ਕੰਟਰੀਬਿਊਟ ਕਰਦੇ ਨੇ। ਤੇ ਉਸ ਦਾ ਆਨਸਰ ਅਸੀਂ ਯਾਨੀ ਕਿ ਸੈਂਟੈਂਸ ਨੂੰ ਰਿਪੀਟ ਬੋਲ ਕੇ ਕਰਨਾ ਹੁੰਦਾ ਹੈ, ਇਸ ਕਰਕੇ ਇਹ ਕੰਟਰੀਬਿਊਟ ਕਰਦੇ ਨੇ ਸਪੀਕਿੰਗ ਵਿੱਚ। ਹਾਂਜੀ, ਹੁਣ ਅਸੀਂ ਗੱਲ ਕਰਾਂਗੇ ਰਿਪੀਟ ਸੈਂਟੈਂਸ ਦੀ ਸਕੋਰਿੰਗ ਦੀ। ਰੀਡ ਲਾਊਡ ਵਾਂਗੂ ਰਿਪੀਟ ਸੈਂਟੈਂਸ ਦੀ ਸਕੋਰਿੰਗ ਵੀ 3 ਫੈਕਟਰਸ ਤੇ ਡਿਪੈਂਡ ਕਰਦੀ ਹੈ। ਪਹਿਲਾ ਫੈਕਟਰ ਹੈ ਜੀ ਕੰਟੈਂਟ, ਦੂਸਰਾ ਹੈ ਜੀ ਪ੍ਰੋਨਾਂਸੀਏਸ਼ਨ ਤੇ ਤੀਸਰਾ ਔਰਲ ਫਲੂਐਂਸੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕੰਟੈਂਟ ਬਾਰੇ। ਹਾਂਜੀ, ਹੁਣ ਅਸੀਂ ਗੱਲ ਕਰਾਂਗੇ ਜੀ ਕੰਟੈਂਟ ਸਕੋਰਿੰਗ ਦੀ ਕਿ ਇਸ ਟਾਸਕ ਵਿੱਚ ਸਾਨੂੰ ਕੰਟੈਂਟ ਦੇ ਮਾਰਕਸ ਕਿਵੇਂ ਮਿਲਦੇ ਨੇ। ਜੇਕਰ ਅਸੀਂ ਗਿਵਨ ਵਰਡਸ ਦੇ ਸਾਰੇ ਵਰਡਸ ਕਰੈਕਟ ਸੀਕੁਐਂਸ ਵਿੱਚ ਬੋਲਦੇ ਹਾਂ ਤੇ ਸਾਨੂੰ 3 ਮਾਰਕਸ ਮਿਲਦੇ ਨੇ। ਫॉर एग्जांपल ਸਾਡੇ ਕੋਲ 7 ਵਰਡ ਸੀ
ਤੇ ਅਸੀਂ ਦੇ ਸੱਤੇ ਵਰਡਸ ਬਿਲਕੁਲ ਕਰੈਕਟ ਸੀਕੁਐਂਸ 'ਚ ਬੋਲੇ ਤਾਂ ਸਾਨੂੰ 3 ਮਾਰਕਸ ਮਿਲਣਗੇ। ਜੇਕਰ ਅਸੀਂ ਐਟਲੀਸਟ 50% ਵਰਡਸ ਨੂੰ ਕਰੈਕਟ ਸੀਕੁਐਂਸ ਵਿੱਚ ਕਵਰ ਕਰ ਜਾਂਦੇ ਹਾਂ ਤੇ ਸਾਨੂੰ 2 ਮਾਰਕਸ ਮਿਲਦੇ ਨੇ। ਫੋਰ ਐਗਜ਼ਾਮਪਲ ਜੇਕਰ ਸਾਡੇ ਕੋਲ 8 ਵਰਡਸ ਨੇ ਤੇ ਅਸੀਂ ਮਿਨੀਮਮ 4 ਤੇ ਮੈਕਸਿਮਮ 7 ਵਰਡਸ ਆਪਾਂ ਕਾਪੀ ਕਰ ਲਏ ਐਜ਼ ਇਟ ਇਜ਼ ਤਾਂ ਸਾਨੂੰ 2 ਮਾਰਕਸ ਮਿਲਦੇ ਨੇ ਕੰਟੈਂਟ ਦੇ। ਤੇ ਜੇਕਰ ਅਸੀਂ 50% ਤੋਂ ਘੱਟ ਵਰਡਸ ਨੂੰ ਸਹੀ ਸੀਕੁਐਂਸ 'ਚ ਬੋਲਦੇ ਹਾਂ ਤੇ ਸਾਨੂੰ ਸਿਰਫ 1 ਮਾਰਕਸ ਮਿਲਦਾ ਹੈ। ਫੋਰ ਐਗਜ਼ਾਮਪਲ ਜੇ ਸਾਡੇ ਕੋਲ 8 ਵਰਡਸ ਨੇ ਤੇ ਆਪਾਂ ਸਿਰਫ 1 ਤੋਂ 3 ਵਰਡ ਹੀ ਕਾਪੀ ਕਰ ਸਕਦੇ ਹਾਂ ਤੇ ਸਾਨੂੰ ਸਿਰਫ ਕੰਟੈਂਟ ਦਾ 1 ਮਾਰਕਸ ਹੀ ਮਿਲਦਾ ਹੈ। ਤੇ ਜੇਕਰ ਅਸੀਂ ਕੁਝ ਵੀ ਨਹੀਂ ਬੋਲਦੇ ਤਾਂ 0 ਮਾਰਕ। ਇਹ ਸੀ ਜੀ ਕੰਟੈਂਟ ਦੀ ਸਕੋਰਿੰਗ। ਹਾਂਜੀ, ਕੰਟੈਂਟ ਸਕੋਰਿੰਗ ਸਮਝਣ ਲਈ ਆਪਾਂ ਇੱਕ ਐਗਜ਼ਾਮਪਲ ਦੇਖ ਲੈਂਦੇ ਹਾਂ। ਫੋਰ ਐਗਜ਼ਾਮਪਲ ਸਾਡੇ ਕੋਲ ਇਹ ਸੈਂਟੈਂਸ ਹੈ, ਐਗਜ਼ਾਮ ਰਿਜ਼ਲਟਸ ਵਿਲ ਬੀ ਅਵੇਲੇਬਲ ਨੈਕਸਟ ਵੀਕ ਫਰੋਮ ਦ ਕੋਰਸ ਆਫਿਸ। ਹੁਣ ਇਹਦੇ ਵਿੱਚ ਟੋਟਲ ਸਾਡੇ ਕੋਲ 11 ਵਰਡਸ ਨੇ। ਹੁਣ ਜੇਕਰ ਅਸੀਂ 11 ਦੇ 11 ਵਰਡਸ ਐਜ਼ ਇਟ ਇਜ਼ ਰਿਕਾਰਡ ਕਰ ਦਿੰਦੇ ਹਾਂ, ਐਜ਼ ਇਟ ਇਜ਼ ਬੋਲ ਦਿੰਦੇ ਹਾਂ ਤੇ ਸਾਨੂੰ ਕੰਟੈਂਟ ਦੇ ਪੂਰੇ 3 ਮਾਰਕਸ ਮਿਲਣਗੇ। ਔਰ ਇੱਕ ਚੀਜ਼ ਹੋਰ, ਇਹ ਸਾਰੇ ਵਰਡਸ ਆਪਾਂ ਕਰੈਕਟ ਸੀਕੁਐਂਸ ਵਿੱਚ ਬੋਲਣੇ ਨੇ। ਜੇਕਰ ਅਸੀਂ ਇਹਨੂੰ ਕਰੈਕਟ ਸੀਕੁਐਂਸ ਵਿੱਚ ਨਹੀਂ ਬੋਲਦੇ, ਈਵਨ ਦੋ ਅਸੀਂ ਸਾਰੇ ਵਰਡਸ ਕਵਰ ਕਰ ਦਿੰਦੇ ਹਾਂ ਤੇ ਸਾਨੂੰ 3 ਮਾਰਕਸ ਨਹੀਂ ਮਿਲਣਗੇ। ਫੋਰ ਐਗਜ਼ਾਮਪਲ ਅਸੀਂ ਕਹਿ ਦਿੰਦੇ ਹਾਂ ਐਗਜ਼ਾਮ ਰਿਜ਼ਲਟਸ ਵਿਲ ਬੀ ਅਵੇਲੇਬਲ ਫਰੋਮ ਦ ਕੋਰਸ ਆਫਿਸ ਨੈਕਸਟ ਵੀਕ, ਵਿਚ ਮੀਨਸ ਕਿ ਅਸੀਂ ਨੈਕਸਟ ਵੀਕ ਹੈ ਉਹ ਐਂਡ ਤੇ ਲਗਾ ਦਿੱਤਾ। ਈਵਨ ਦੋ ਅਸੀਂ ਸਾਰੇ ਵਰਡਸ ਨੂੰ ਕਵਰ ਕਰ ਲਿਆ ਬਟ ਸੀਕੁਐਂਸ ਜਿਹੜਾ ਸੀ ਉਹ ਸਹੀ ਨਹੀਂ ਸੀ, ਇਸ ਕਰਕੇ ਸਾਨੂੰ 2 ਮਾਰਕਸ ਹੀ ਮਿਲਣਗੇ ਈਵਨ ਦੋ ਅਸੀਂ ਸਾਰੇ ਵਰਡਸ ਨੂੰ ਕਵਰ ਕਰ ਦਿੱਤਾ। ਸੋ ਸੀਕੁਐਂਸ ਵੀ ਬਹੁਤ ਜ਼ਰੂਰੀ ਹੈ। ਤੇ ਜੇਕਰ ਅਸੀਂ ਸਾਰੇ ਵਰਡਸ ਕਾਪੀ ਨਹੀਂ ਕਰ ਪਾਉਂਦੇ, ਫੋਰ ਐਗਜ਼ਾਮਪਲ ਅਸੀਂ ਕਹਿ ਦਿੰਦੇ ਹਾਂ ਐਗਜ਼ਾਮ ਰਿਜ਼ਲਟਸ ਵਿਲ ਬੀ ਅਵੇਲੇਬਲ ਇਨ ਦਾ ਕੋਰਸ ਆਫਿਸ, ਜਿਹਦਾ ਮਤਲਬ ਕਿ ਅਸੀਂ ਫਰੋਮ ਨਹੀਂ ਕਿਹਾ, ਆਪਾਂ ਆਪਣੇ ਕੋਲੋਂ ਵਰਡ ਐਡ ਕਰ ਦਿੱਤਾ ਇਨ, ਜਿਹਦਾ ਮਤਲਬ ਕਿ ਪੂਰਾ ਕੰਟੈਂਟ ਸਾਡੇ ਕੋਲ ਕਵਰ ਨਹੀਂ ਹੋਇਆ ਤੇ ਸਾਨੂੰ 2 ਮਾਰਕਸ ਮਿਲਣਗੇ। ਜੇਕਰ ਅਸੀਂ ਇਸ ਨੂੰ ਇਦਾਂ ਕਹਿ ਦਿੰਦੇ ਹਾਂ ਐਗਜ਼ਾਮ ਰਿਜ਼ਲਟਸ ਇਨ ਦਾ ਕੋਰਸ ਆਫਿਸ, ਮੀਨਸ ਕਿ ਅਸੀਂ 50% ਜਿਹੜਾ ਕੰਟੈਂਟ ਹੈ ਉਹ ਕਵਰ ਨਹੀਂ ਕਰ ਪਾਏ, ਮੀਨਸ ਸਾਨੂੰ ਸਿਰਫ ਮਿਲੇਗਾ 1 ਮਾਰਕ। ਤੇ ਜੇਕਰ ਅਸੀਂ ਕੁਝ ਵੀ ਨਹੀਂ ਬੋਲਦੇ, ਕੋਈ ਵਰਡ ਵੀ ਨਹੀਂ ਬੋਲਦੇ ਤਾਂ ਸਾਨੂੰ ਮਿਲਣਗੇ 0। ਬਟ ਇਹ ਬਹੁਤ ਅਨਲਾਈਕਲੀ ਹੈ ਕਿ ਅਸੀਂ ਕੋਈ ਵਰਡ ਵੀ ਨਾ ਬੋਲੀਏ, ਕਿਉਂਕਿ ਸੁਣਦੇ ਟਾਈਮ ਅਸੀਂ ਕੋਈ ਨਾ ਕੋਈ ਵਰਡ ਤਾਂ ਜ਼ਰੂਰ ਕੈਪਚਰ ਕਰ ਲੈਂਦੇ ਹਾਂ। ਸੋ ਇਹ ਸੀ ਜੀ ਇੱਕ ਛੋਟੀ ਜਿਹੀ ਐਗਜ਼ਾਮਪਲ ਕੰਟੈਂਟ ਦੀ ਸਕੋਰਿੰਗ ਨੂੰ ਬੈਟਰ ਸਮਝਣ ਲਈ। ਹਾਂਜੀ, ਹੁਣ ਅਸੀਂ ਗੱਲ ਕਰਾਂਗੇ ਕੰਟੈਂਟ ਦੀ ਇੰਪੋਰਟੈਂਸ ਦੀ। ਜਿੱਦਾਂ ਕਿ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਹੀ ਦੱਸਿਆ ਸੀ ਕਿ ਰਿਪੀਟ ਸੈਂਟੈਂਸ ਟਾਸਕ ਦੇ ਜਿਹੜੇ ਮਾਰਕਸ ਨੇ ਉਹ ਕੰਟਰੀਬਿਊਟ ਕਰਦੇ ਨੇ ਲਿਸਨਿੰਗ ਅਤੇ ਸਪੀਕਿੰਗ ਸਕੋਰਸ ਦੇ ਵਿੱਚ। ਮੀਨਸ ਕਿ ਜੇਕਰ ਅਸੀਂ ਕੰਟੈਂਟ ਵਿੱਚੋਂ ਪੂਰੇ ਮਾਰਕਸ ਨਹੀਂ ਲੈ ਰਹੇ ਤਾਂ ਸਾਡੇ ਲਿਸਨਿੰਗ ਤੇ ਮਾਰਕਸ ਇਫੈਕਟ ਹੋਣਗੇ। ਫੋਰ ਐਗਜ਼ਾਮਪਲ ਕਿ ਆਪਾਂ ਇੱਕ ਸੈਂਟੈਂਸ ਸੀ ਜਿਹਦੇ 10 ਵਰਡ ਸੀ, ਆਪਾਂ ਉਹਨੂੰ ਪੂਰੇ ਸੈਂਟੈਂਸ ਕੈਪਚਰ ਨਹੀਂ ਕਰ ਪਾਏ, ਅਸੀਂ ਸਿਰਫ 7 ਹੀ ਕੈਪਚਰ ਕਰ ਪਾਏ, ਮੀਨਸ ਕਿ ਸਾਨੂੰ ਕੰਟੈਂਟ ਦੇ ਕਿੰਨੇ ਮਾਰਕਸ ਮਿਲਣਗੇ, ਸਿਰਫ 2 ਆਊਟ ਆਫ 3। ਦੈਟ ਮੀਨਸ ਕਿ ਇਹ ਵਾਲੇ ਜਿਹੜੇ ਮਾਰਕਸ ਨੇ ਇਹ ਸਾਡੇ ਲਿਸਨਿੰਗਸ ਦੇ ਮਾਰਕਸ ਤੇ ਅਸਰ ਪਾਉਣਗੇ। ਇਸ ਕਰਕੇ ਕੰਟੈਂਟ ਹੈ ਬਹੁਤ ਇੰਪੋਰਟੈਂਟ ਇਸ ਟਾਸਕ ਵਿੱਚ। ਹਾਂਜੀ, ਹੁਣ ਅਸੀਂ ਗੱਲ ਕਰਦੇ ਹਾਂ ਪ੍ਰੋਨਾਂਸੀਏਸ਼ਨ ਦੀ ਸਕੋਰਿੰਗ ਬਾਰੇ। ਜਿੱਦਾਂ ਕਿ ਮੈਂ ਤੁਹਾਨੂੰ ਆਪਣੀ ਲਾਸਟ ਵੀਡੀਓ ਜੋ ਕਿ ਰੀਡ ਲਾਊਡ ਤੇ ਸੀ ਉਹਦੇ ਵਿੱਚ ਵੀ ਦੱਸਿਆ ਸੀ ਕਿ ਪ੍ਰੋਨਾਂਸੀਏਸ਼ਨ ਮੀਨਸ ਕਿ ਆਪਾਂ ਇੱਕ ਪਾਰਟਿਕੂਲਰ ਵਰਡ ਨੂੰ ਕਿੱਦਾਂ ਪ੍ਰੋਨਾਊਂਸ ਕਰਦੇ ਹਾਂ ਤੇ ਜਿਹੜੀ ਇਹਦੀ ਸਕੋਰਿੰਗ ਹੈ ਉਹ ਵੈਰੀ ਕਰਦੀ ਹੈ 0 to 5 ਇਨ ਰਿਪੀਟ ਸੈਂਟੈਂਸ। 5 ਮੀਨਸ ਕਿ ਸਾਡੀ ਜਿਹੜੀ ਪ੍ਰੋਨਾਂਸੀਏਸ਼ਨ ਹੈ ਉਹ ਨੇਟਿਵ ਲਾਈਕ ਹੈ, ਮੀਨਸ ਕਿ ਸਾਡੀ ਪ੍ਰੋਨਾਂਸੀਏਸ਼ਨ ਬਹੁਤ ਹੀ ਵਧੀਆ ਹੈ। 4 ਮਾਰਕਸ ਮੀਨਸ ਕਿ ਸਾਡੀ ਜਿਹੜੀ ਪ੍ਰੋਨਾਂਸੀਏਸ਼ਨ ਹੈ ਉਹ ਵੈਰੀ ਗੁੱਡ ਹੈ। 3 ਮਾਰਕਸ ਮੀਨ ਕਿ ਸਾਡੀ ਪ੍ਰੋਨਾਂਸੀਏਸ਼ਨ ਗੁੱਡ ਹੈ। 2 ਮਾਰਕਸ ਮੀਨਸ ਕਿ ਸਾਡੀ ਜਿਹੜੀ ਪ੍ਰੋਨਾਂਸੀਏਸ਼ਨ ਹੈ ਉਹ ਐਵਰੇਜ ਹੈ। 1 ਮਾਰਕ ਮੀਨ ਕਿ ਸਾਡੀ ਜਿਹੜੀ ਪ੍ਰੋਨਾਂਸੀਏਸ਼ਨ ਹੈ ਉਹ ਗੁੱਡ ਨਹੀਂ ਹੈ ਔਰ ਐਵਰੇਜ ਵੀ ਨਹੀਂ ਹੈ, ਐਵਰੇਜ ਤੋਂ ਵੀ ਡਾਊਨ ਹੈ। 0 ਮਾਰਕਸ ਮੀਨ ਕਿ ਜਿਹੜੀ ਸਾਡੀ ਪ੍ਰੋਨਾਂਸੀਏਸ਼ਨ ਹੈ ਉਹ ਕੰਪਿਊਟਰ ਅੰਡਰਸਟੈਂਡ ਹੀ ਨਹੀਂ ਕਰ ਪਾ ਰਿਹਾ, ਮੀਨਸ ਕਿ ਸਾਡੀ ਪ੍ਰੋਨਾਂਸੀਏਸ਼ਨ ਬਹੁਤ ਹੀ ਬੈਡ ਹੈ।
ਹਾਂਜੀ, ਹੁਣ ਅਸੀਂ ਗੱਲ ਕਰਾਂਗੇ ਕਿ ਇਸ ਟਾਸਕ ਵਿੱਚ ਪ੍ਰੋਨੰਸੀਏਸ਼ਨ ਕਿਉਂ ਜ਼ਰੂਰੀ ਹੈ ਤੇ ਆਪਾਂ ਆਪਣੇ ਪ੍ਰੋਨੰਸੀਏਸ਼ਨ ਦੇ ਮਾਰਕਸ ਕਿੱਦਾਂ ਵਧਾ ਸਕਦੇ ਹਾਂ ਤੇ ਸਾਨੂੰ ਪ੍ਰੋਨੰਸੀਏਸ਼ਨ ਵਿੱਚ ਕਿੰਨਾਂ ਚੀਜ਼ਾਂ ਦਾ ਧਿਆਨ ਦੇਣਾ ਪਏਗਾ। ਸਭ ਤੋਂ ਪਹਿਲਾਂ ਹੈ ਜੀ ਪ੍ਰੋਨਾਊਂਸ ਵਰਡ ਕਰੈਕਟਲੀ। ਇਹਦਾ ਮਤਲਬ ਇਹ ਹੈ ਕਿ ਸਾਨੂੰ ਦਿੱਤੇ ਗਏ ਵਰਡਸ ਨੂੰ ਕਰੈਕਟਲੀ ਪ੍ਰੋਨਾਊਂਸ ਕਰਨਾ ਆਉਣਾ ਚਾਹੀਦਾ ਹੈ। ਹਾਂਜੀ, ਕਰੈਕਟ ਪ੍ਰੋਨਾਂਸੀਏਸ਼ਨ ਤੋਂ ਮੇਰਾ ਕੀ ਮਤਲਬ ਹੈ ਉਸ ਨੂੰ ਬੈਟਰ ਸਮਝਣ ਲਈ ਆਪਾਂ ਇੱਕ ਐਗਜ਼ਾਮਪਲ ਦੇਖ ਲੈਂਦੇ ਹਾਂ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਸਕਰੀਨ ਤੇ ਇਸ ਟਾਈਮ 6 ਵਰਡਸ ਨੇ। ਆਪਾਂ ਇਸ ਵਰਡਸ ਨੂੰ 1 ਬਾਈ 1 ਪੜਾਂਗੇ ਤੇ ਦੇਖਾਂਗੇ ਕਿ ਆਪਾਂ ਇਸ ਵਰਡਸ ਨੂੰ ਪ੍ਰੋਨਾਊਂਸ ਕਰਨ ਲੱਗੇ ਕੀ ਗਲਤੀ ਕਰਦੇ ਹਾਂ। ਇਹ ਸਾਰੇ ਦੇ ਸਾਰੇ ਵਰਡਸ ਬਹੁਤ ਹੀ ਕਾਮਨ ਨੇ। ਸਭ ਤੋਂ ਪਹਿਲਾ ਵਰਡ, ਬਹੁਤ ਜ਼ਿਆਦਾ ਲੋਕ ਇਸ ਵਰਡ ਨੂੰ ਬ੍ਰੇਕ ਕਰਕੇ ਪੜ੍ਹਦੇ ਨੇ, ਮੀਨਸ ਆਫ 10, ਜੋ ਕਿ ਇਨਕਰੈਕਟ ਹੈ। ਇਸ ਵਰਡ ਦੀ ਜਿਹੜੀ ਸਹੀ ਪ੍ਰੋਨਾਂਸੀਏਸ਼ਨ ਹੈ ਉਹ ਹੈ often, ਮੀਨਸ ਕਿ ਜਿਹੜਾ ਟੀ ਹੈ ਉਹ ਸਾਇਲੈਂਟ ਹੈ। ਇੱਦਾਂ ਹੀ ਆਪਾਂ ਆਉਂਦੇ ਹਾਂ ਸੈਕਿੰਡ ਵਰਡ ਤੇ। ਇਸ ਵਰਡ ਦੀ ਜਿਹੜੀ ਕਰੈਕਟ ਪ੍ਰੋਨਾਂਸੀਏਸ਼ਨ ਹੈ ਉਹ ਹੈ women। ਇਸ ਵਰਡ ਨੂੰ ਵੀ ਬਹੁਤ ਜ਼ਿਆਦਾ ਲੋਕ ਬ੍ਰੇਕ ਕਰਕੇ ਪੜ੍ਹਦੇ ਨੇ, ਜੋ ਕਿ woman, ਜੋ ਕਿ ਇਨਕਰੈਕਟ ਹੈ। ਸਹੀ ਪ੍ਰੋਨਾਂਸੀਏਸ਼ਨ ਇਸ ਵਰਡ ਦੀ ਹੈ women। ਸੇਮ ਹੈ ਥਰਡ ਵਰਡ, ਇਸ ਨੂੰ ਵੀ ਬਹੁਤ ਜ਼ਿਆਦਾ ਲੋਕ ਬ੍ਰੇਕ ਕਰਕੇ ਪੜ੍ਹਦੇ ਨੇ ਹੋਟਲ, ਨਹੀਂ, ਇਟਸ ਹੋਟਲ। ਚੌਥੇ ਵਰਡ ਤੇ ਆਉਂਦੇ ਹਾਂ, ਇਹਦੀ ਸਹੀ ਪ੍ਰੋਨਾਂਸੀਏਸ਼ਨ ਹੈ comment, ਨਾ ਕਿ ਕਮੈਂਟ। ਫਿਫਥ ਵਰਡ ਤੇ ਆਉਂਦੇ ਹਾਂ, ਇਸ ਵਰਡ ਦੀ ਜਿਹੜੀ ਪ੍ਰੋਨਾਂਸੀਏਸ਼ਨ ਹੈ ਉਹ ਹੈ sweet, as in SWEET, means sweet, ਨਾ ਕਿ suit। ਇੱਦਾਂ ਹੀ ਆਪਾਂ ਲਾਸਟ ਵਰਡ ਤੇ ਆਉਂਦੇ ਹਾਂ। ਇਸ ਵਰਡ ਨੂੰ ਵੀ ਬਹੁਤ ਜ਼ਿਆਦਾ ਲੋਕ ਬ੍ਰੇਕ ਕਰਕੇ ਪੜ੍ਹਦੇ ਨੇ, ਜਿਹਦਾ ਮਤਲਬ ਹੈ ਕਿ ਬ੍ਰੇਕਫਾਸਟ, ਨਹੀਂ, ਇਨਕਰੈਕਟ ਪ੍ਰੋਨਾਂਸੀਏਸ਼ਨ। ਇਸ ਵਰਡ ਦੀ ਸਹੀ ਪ੍ਰੋਨਾਂਸੀਏਸ਼ਨ ਹੈ breakfast, breakfast। ਹਾਂਜੀ, ਇਹ ਸੀ ਜੀ ਕੁਛ ਐਗਜ਼ਾਮਪਲ ਜੇ ਤੁਸੀਂ ਇਹ ਦੇਖਿਆ ਕਿ ਬਹੁਤ ਹੀ ਕਾਮਨ ਵਰਡਸ ਨੂੰ ਵੀ ਆਪਾਂ ਕਈ ਵਾਰ ਗਲਤ ਪ੍ਰੋਨਾਊਂਸ ਕਰ ਦਿੰਦੇ ਹਾਂ, ਜਿਸ ਕਰਕੇ ਸਾਡੇ ਜਿਹੜੇ ਪ੍ਰੋਨਾਂਸੀਏਸ਼ਨ ਦੇ ਮਾਰਕਸ ਨੇ ਉਹ ਡਾਊਨ ਜਾ ਸਕਦੇ ਨੇ। ਇਸ ਕਰਕੇ ਸਾਨੂੰ ਪ੍ਰੋਨਾਂਸੀਏਸ਼ਨ ਦਾ ਇਸ ਵਿੱਚ ਬਹੁਤ ਜ਼ਿਆਦਾ ਧਿਆਨ ਦੇਣਾ ਪਏਗਾ। ਹਾਂਜੀ, ਨੈਕਸਟ ਹੈ ਜੀ ਕਰੈਕਟ ਵੇ ਆਫ ਸਪੀਕਿੰਗ। ਇਹਦਾ ਮਤਲਬ ਇਹ ਹੈ ਕਿ ਆਪਾਂ ਗਿਵਨ ਸੈਂਟੈਂਸ ਨੂੰ ਕਿਸ ਵੇ ਨਾਲ ਬੋਲਦੇ ਹਾਂ ਤੇ ਕਰੈਕਟ ਵਰਡ ਐਂਡ ਸੈਂਟੈਂਸ ਸਟ੍ਰੈਸ, ਮੀਨਸ ਕਿ ਸਾਨੂੰ ਕਿਸ ਵਰਡ ਤੇ ਜ਼ਿਆਦਾ ਸਟ੍ਰੈਸ ਪਾਉਣ ਦੀ ਲੋੜ ਹੈ ਤੇ ਕਿਸ ਵਰਡ ਨੂੰ ਆਪਾਂ ਕਿਸ ਤਰੀਕੇ ਨਾਲ ਬੋਲਣਾ ਹੈ। ਹਾਂਜੀ, ਫॉर एग्जांपल ਸਾਡੇ ਕੋਲ ਸੈਂਟੈਂਸ ਹੈ ਜੀ our fundamental realities especially national needs have seen the ability to flourish। ਹੁਣ ਆਪਾਂ ਗਿਵਨ ਸੈਂਟੈਂਸ ਨੂੰ ਕਿਸ ਤਰੀਕੇ ਨਾਲ ਬੋਲਣਾ ਹੈ। ਜੇਕਰ ਆਪਾਂ ਪੀਟੀ ਦੀ ਗਾਈਡਲਾਈਨ ਦੇਖੀਏ ਤਾਂ ਉੱਥੇ ਦੱਸਿਆ ਗਿਆ ਹੈ ਕਿ ਆਪਾਂ ਇਸ ਸੈਂਟੈਂਸ ਨੂੰ ਇੱਦਾਂ ਬੋਲਣਾ ਹੈ ਤਾਂ ਕਿ ਇੱਦਾਂ ਲੱਗੇ ਕਿ ਆਪਾਂ ਕਿਸੇ ਨੂੰ ਇਨਫੋਰਮ ਕਰ ਰਹੇ ਹਾਂ ਜਾਂ ਐਕਸਪਲੇਨ ਕਰ ਰਹੇ ਹਾਂ ਤੇ ਸਾਡੀ ਜਿਹੜੇ ਬੋਲਣ ਦੀ ਰੇਟ ਹੈ ਉਹ ਬਿਲਕੁਲ ਨੈਚੁਰਲ ਹੋਣੀ ਚਾਹੀਦੀ ਹੈ। by using correct intonation, stress, pronunciation and speak fluently। intonation ਦਾ ਮਤਲਬ ਹੈ ਕਿ ਜਿਹੜਾ rise and fall of voice ਹੈ ਉਹ ਬਿਲਕੁਲ ਸਹੀ ਹੋਣਾ ਚਾਹੀਦਾ ਹੈ ਤੇ ਕਿਸ words ਤੇ ਆਪਾਂ stress ਪਾਣਾ ਹੈ। ਸਾਡੀ pronunciation ਬਿਲਕੁਲ correct ਹੋਣੀ ਚਾਹੀਦੀ ਹੈ ਤੇ ਅਸੀਂ ਬਿਲਕੁਲ fluently ਬੋਲਾਂਗੇ sentence ਨੂੰ। ਬਹੁਤ ਜ਼ਿਆਦਾ ਸਟੂਡੈਂਟ ਕੀ ਗਲਤੀ ਕਰਦੇ ਨੇ ਕਿ ਇਸ ਸੈਂਟੈਂਸ ਨੂੰ robotic way ਵਿੱਚ ਬੋਲ ਜਾਂਦੇ ਨੇ। For example, our fundamental reality, especially national need, have seen the ability to flourish। ਨਹੀਂ, ਇਹ ਇਨਕਰੈਕਟ ਵੇ ਹੈ ਸੈਂਟੈਂਸ ਨੂੰ ਬੋਲਣ ਦਾ। ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਸੈਂਟੈਂਸ ਨੂੰ ਸਹੀ ਕਿਵੇਂ ਬੋਲਣਾ ਹੈ। Our fundamental realities, especially national needs, have seen the ability to flourish। ਹੁਣ ਤੁਸੀਂ ਦੇਖਿਆ ਹੋਵੇਗਾ ਕਿ ਮੈਂ ਇਸ ਸੈਂਟੈਂਸ ਨੂੰ ਇੱਦਾਂ ਬੋਲਿਆ ਕਿ ਜਿੱਦਾਂ ਮੈਂ ਕਿਸੇ ਨਾਲ ਗੱਲਬਾਤ ਕਰ ਰਿਹਾ, ਮੀਨਸ ਕਿ ਮੈਂ ਕਿਸੇ ਨੂੰ ਐਕਸਪਲੇਨ ਕਰ ਰਿਹਾ, ਮੈਂ ਕਿਸੇ ਨੂੰ ਇਨਫੋਰਮ ਕਰ ਰਿਹਾ ਤੇ ਜੇਕਰ ਤੁਸੀਂ ਧਿਆਨ ਦਿੱਤਾ ਹੋਵੇ ਤਾਂ ਮੈਂ ਕਿਸੇ ਵਰਡਸ ਤੇ ਜ਼ਿਆਦਾ ਸਟ੍ਰੈਸ ਦਿੱਤਾ ਹੈ। ਇਸ ਨੂੰ ਬੈਟਰ ਸਮਝਣ ਲਈ ਆਪਾਂ ਇਸ ਸੈਂਟੈਂਸ ਨੂੰ 3 ਪਾਰਟਸ ਵਿੱਚ ਡਿਵਾਈਡ ਕਰ ਲੈਂਦੇ ਹਾਂ। ਫਸਟ ਪਾਰਟ, ਸੈਕੰਡ ਪਾਰਟ ਐਂਡ ਥਰਡ ਪਾਰਟ। ਹੁਣ ਤੁਸੀਂ ਧਿਆਨ ਦਿਓ ਕਿ ਫਸਟ ਪਾਰਟ ਵਿੱਚ ਇੱਥੇ ਗੱਲ ਹੋ ਰਹੀ ਹੈ ਰਿਐਲਿਟੀਜ਼ ਦੀ, ਮੀਨਸ ਕਿ ਆਪਾਂ ਰਿਐਲਿਟੀਜ਼ ਤੇ ਜ਼ਿਆਦਾ ਸਟ੍ਰੈਸ ਦੇਣਾ। ਸੈਕੰਡ ਪਾਰਟ ਵਿੱਚ ਗੱਲ ਹੋ ਰਹੀ ਹੈ ਨੈਸ਼ਨਲ ਨੀਡਸ ਦੀ, ਮੀਨਸ ਕਿ ਆਪਾਂ ਨੈਸ਼ਨਲ ਤੇ ਜ਼ਿਆਦਾ ਸਟ੍ਰੈਸ ਦੇਣਾ। ਥਰਡ ਐਂਡ ਲਾਸਟ ਪਾਰਟ ਤੇ ਜਿਹੜੀ ਗੱਲ ਹੋ ਰਹੀ ਹੈ ਫਲਰਿਸ਼ਿੰਗ ਦੀ, ਮੀਨਸ ਕਿ ਆਪਾਂ ਫਲਰਿਸ਼ ਤੇ ਜ਼ਿਆਦਾ ਸਟ੍ਰੈਸ ਪਾਣਾ। For example, our fundamental realities, especially national needs, have seen the ability to flourish।
ਪੀਟੀ ਦੀ ਗਾਈਡਲਾਈਨ ਦੇ ਹਿਸਾਬ ਨਾਲ ਇਹ ਕਰੈਕਟ ਵੇ ਹੈ ਜੀ ਸੈਂਟੈਂਸ ਨੂੰ ਰਿਪੀਟ ਕਰਨ ਦਾ। ਸਭ ਤੋਂ ਜ਼ਿਆਦਾ ਧਿਆਨ ਰੱਖਣਾ ਕਿ ਆਪਾਂ ਇਸ ਸੈਂਟੈਂਸ ਨੂੰ ਰੋਬੋਟਿਕ ਵੇ ਵਿੱਚ ਬਿਲਕੁਲ ਨਹੀਂ ਬੋਲਣਾ, ਤੇ ਜਦੋਂ ਵੀ ਆਪਾਂ ਸੈਂਟੈਂਸ ਬੋਲਣਾ ਹੈ ਇੱਦਾਂ ਲੱਗਣਾ ਚਾਹੀਦਾ ਕਿ ਆਪਾਂ ਕਿਸੇ ਨੂੰ ਇਨਫੋਰਮ ਜਾਂ ਐਕਸਪਲੇਨ ਕਰ ਰਹੇ ਹਾਂ, ਤੇ ਸਾਡੀ ਜਿਹੜੀ ਟੋਨ ਆ ਬਿਲਕੁਲ ਨੈਚੁਰਲ ਹੋਣੀ ਚਾਹੀਦੀ ਹੈ। ਹਾਂਜੀ, ਹੁਣ ਅਸੀਂ ਗੱਲ ਕਰਾਂਗੇ ਜੀ ਔਰਲ ਫਲੂਐਂਸੀ, ਤੇ ਔਰਲ ਫਲੂਐਂਸੀ ਵਿੱਚ ਆਪਾਂ ਕਿੰਨਾ ਚੀਜ਼ਾਂ ਦਾ ਧਿਆਨ ਰੱਖਣਾ ਹੈ। ਔਰਲ ਫਲੂਐਂਸੀ ਜਿੱਦਾਂ ਕਿ ਮੈਂ ਤੁਹਾਨੂੰ ਆਪਣੇ ਰੀਡ ਆਊਟ ਸੈਕਸ਼ਨ ਵਿੱਚ ਵੀ ਦੱਸਿਆ ਸੀ ਕਿ ਔਰਲ ਫਲੂਐਂਸੀ ਹੁੰਦੀ ਹੈ ਸਾਡੀ ਐਬਿਲਿਟੀ ਟੂ ਸਪੀਕ, ਕਿ ਆਪਾਂ ਗਿਵਨ ਸੈਂਟੈਂਸ ਨੂੰ ਕਿੱਦਾਂ ਬੋਲਦੇ ਹਾਂ। ਹੁਣ ਇਹਨਾਂ ਵਿੱਚ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ, ਸਭ ਤੋਂ ਪਹਿਲੀ ਹੈ ਜੀ ਪੇਸ। ਪੇਸ ਹੁੰਦੀ ਹੈ ਜੀ ਕਿਸੇ ਵੀ ਸੈਂਟੈਂਸ ਨੂੰ ਬੋਲਣ ਦੀ ਸਪੀਡ। ਕਿਸੇ ਵੀ ਸੈਂਟੈਂਸ ਨੂੰ ਬੋਲਣ ਦੀ ਜਿਹੜੀ ਸਪੀਡ ਹੈ ਉਹ ਆਪਾਂ ਨਾ ਤਾਂ ਟੂ ਫਾਸਟ ਰੱਖਣੀ ਹੈ, ਨਾ ਹੀ ਟੂ ਸਲੋ ਰੱਖਣੀ ਹੈ। ਜੇਕਰ ਆਪਾਂ ਟੂ ਫਾਸਟ ਬੋਲਾਂਗੇ ਸੈਂਟੈਂਸ ਨੂੰ, ਤੇ ਕੀ ਹੋਏਗਾ ਕਿ ਸਮਟਾਈਮਸ ਕੰਪਿਊਟਰ ਸਾਡੇ ਵਰਡ ਨੂੰ ਕੈਪਚਰ ਨਹੀਂ ਕਰ ਪਾਏਗਾ, ਤੇ ਜੇਕਰ ਆਪਾਂ ਟੂ ਸਲੋ ਬੋਲਾਂਗੇ ਤਾਂ ਕੰਪਿਊਟਰ ਵਿੱਚ ਪੌਜ਼ਿਸ ਕੈਪਚਰ ਕਰ ਲਏਗਾ, ਜੋ ਕਿ ਸਾਡੀ ਔਰਲ ਫਲੂਐਂਸੀ ਵਾਸਤੇ ਵਧੀਆ ਨਹੀਂ ਹੈ। ਨੈਕਸਟ ਹੈ ਜੀ ਰਿਦਮ। ਰਿਦਮ ਦਾ ਮਤਲਬ ਹੁੰਦਾ ਕਿ ਸਾਡੇ ਬੋਲਣ ਦੇ ਪੈਟਰਨ ਦੀ ਰੈਗੂਲੈਰਿਟੀ। ਮੀਨਸ ਕਿ ਜਦੋਂ ਵੀ ਆਪਾਂ ਇੱਕ ਸੈਂਟੈਂਸ ਬੋਲ ਰਹੇ ਹਾਂ ਉਹ ਅਸੀਂ ਇੱਕੋ ਹੀ ਸਪੀਡ ਤੇ ਬੋਲਣਾ ਹੈ। ਆਪਾਂ ਸੈਂਟੈਂਸ ਨੂੰ ਬੋਲਦੇ ਟਾਈਮ ਉਹਦੀ ਸਪੀਡ ਨਾ ਹੀ ਵਧਾਉਣੀ ਹੈ ਨਾ ਹੀ ਘਟਾਉਣੀ ਹੈ। ਆਪਾਂ ਇਦਾਂ ਨਹੀਂ ਕਰਨਾ ਕਿ ਆਪਾਂ ਕੁਛ ਵਰਡ ਸਲੋ ਬੋਲ ਰਹੇ, ਕੁਛ ਵਰਡਸ ਆਪਾਂ ਫਾਸਟ ਬੋਲ ਰਹੇ, ਨਹੀਂ, ਪੂਰਾ ਦਾ ਪੂਰਾ ਸੈਂਟੈਂਸ ਆਪਾਂ ਇੱਕੋ ਸਪੀਡ ਤੇ ਬੋਲਣਾ ਹੈ। ਮੀਨਸ ਕਿ ਇਦਾਂ ਲੱਗਣਾ ਚਾਹੀਦਾ ਕਿ ਆਪਾਂ ਨੈਚੁਰਲੀ ਬੋਲ ਰਹੇ ਹਾਂ। ਥਰਡ ਹੈ ਜੀ ਇੰਟੋਨੇਸ਼ਨ। ਇੰਟੋਨੇਸ਼ਨ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਰਾਈਜ਼ ਐਂਡ ਫਾਲ ਆਫ ਵੌਇਸ ਇਨ ਸਪੀਕਿੰਗ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਸ ਵਰਡਸ ਤੇ ਤੁਸੀਂ ਜ਼ਿਆਦਾ ਪ੍ਰੈਸ਼ਰ ਦੇਣਾ। ਫੋਰਥ ਹੈ ਜੀ ਨੋ ਰੈਪੀਟੇਸ਼ਨ। ਨੋ ਰੈਪੀਟੇਸ਼ਨ ਮੀਨਸ ਕਿ ਫੋਰ ਐਗਜ਼ਾਮਪਲ ਜੇ ਆਪਾਂ ਇੱਕ ਸੈਂਟੈਂਸ ਬੋਲ ਰਹੇ ਹਾਂ ਤੇ ਬੋਲਦੇ ਦੌਰਾਨ ਸਾਡੇ ਕੋਲ ਕੋਈ ਗਲਤੀ ਹੋ ਗਈ ਤਾਂ ਆਪਾਂ ਬੈਕ ਤੇ ਜਾ ਕੇ ਉਹਦੀ ਕਰੈਕਸ਼ਨ ਨਹੀਂ ਕਰਨੀ। ਜੇਕਰ ਸਾਡੇ ਕੋਲ ਗਲਤੀ ਹੋ ਜਾਂਦੀ ਹੈ ਤਾਂ ਆਪਾਂ ਸੈਂਟੈਂਸ ਬੋਲ ਦੇਣਾ ਕਿਸੇ ਵੀ ਤਰੀਕੇ ਨਾਲ, ਆਪਾਂ ਵਾਪਸ ਜਾ ਕੇ ਉਹਨੂੰ ਦੁਬਾਰਾ ਤੋਂ ਨਹੀਂ ਬੋਲਣਾ ਜਾਂ ਉਸ ਵਰਡ ਨੂੰ ਦੁਬਾਰਾ ਰਿਪੀਟ ਨਹੀਂ ਕਰਨਾ ਹੈਗਾ। ਫੋਰ ਐਗਜ਼ਾਮਪਲ ਸੈਂਟੈਂਸ ਹੈ ਜੀ ਦ ਡੌਗ ਇਜ਼ ਸਿਟਿੰਗ ਆਊਟਸਾਈਡ, ਤੇ ਆਪਾਂ ਬੋਲਤਾ ਡੌਗ ਇਜ਼ ਆਊਟਸਾਈਡ, ਆਪਾਂ ਸਿਟਿੰਗ ਮਿਸ ਕਰਤਾ। ਆਪਾਂ ਇਦਾਂ ਨਹੀਂ ਕਰਨਾ ਦ ਡੌਗ ਇਜ਼ ਆਊਟਸਾਈਡ, ਦ ਡੌਗ ਇਜ਼ ਸਿਟਿੰਗ ਆਊਟਸਾਈਡ, ਨਹੀਂ, ਇਦਾਂ ਬਿਲਕੁਲ ਨਹੀਂ ਕਰਨਾ। ਲਾਸਟ ਹੈ ਜੀ ਨੋ ਹੈਜ਼ੀਟੇਸ਼ਨ। ਇਹ ਆਪਾਂ ਧਿਆਨ ਰੱਖਣਾ ਕਿ ਬੋਲਦੇ ਟਾਈਮ ਆਪਾਂ ਹੈਜ਼ੀਟੇਸ਼ਨ ਬਿਲਕੁਲ ਨਹੀਂ ਕਰਨਾ, ਆਪਾਂ ਉਹ ਬਿਲਕੁਲ ਨਹੀਂ ਕਰਨਾ ਹੈਗਾ। ਆਪਾਂ ਸੈਂਟੈਂਸ ਨੂੰ ਇੱਕੋ ਵਾਰੀ ਬੋਲ ਦੇਣਾ, ਉਹਦੇ ਵਿੱਚ ਕੋਈ ਵੀ ਹੈਜ਼ੀਟੇਸ਼ਨ ਨਹੀਂ ਹੋਣੀ ਚਾਹੀਦੀ। ਜੇਕਰ ਵਿੱਚ ਹੈਜ਼ੀਟੇਸ਼ਨ ਹੋਏਗੀ ਤਾਂ ਸਾਡੀ ਔਰਲ ਫਲੂਐਂਸੀ ਤੇ ਫਰਕ ਪਏਗਾ। ਹਾਂਜੀ, ਹੁਣ ਅਸੀਂ ਗੱਲ ਕਰਦੇ ਹਾਂ ਰਿਪੀਟ ਸੈਂਟੈਂਸ ਦੇ ਟਿਪਸ ਦੀ, ਜਿਸ ਦੀ ਹੈਲਪ ਨਾਲ ਤੁਸੀਂ ਇਸ ਟਾਸਕ ਨੂੰ ਈਜ਼ੀਲੀ ਕਰ ਸਕਦੇ ਹੋ। ਸਭ ਤੋਂ ਪਹਿਲਾਂ ਹੈ ਜੀ ਅੰਡਰਸਟੈਂਡ ਦੀ ਸੈਂਟੈਂਸ, ਜਿਹਦਾ ਮਤਲਬ ਇਹ ਹੈ ਕਿ ਜਦੋਂ ਵੀ ਤੁਸੀਂ ਸੈਂਟੈਂਸ ਸੁਣਦੇ ਹੋ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਉਸ ਸੈਂਟੈਂਸ ਨੂੰ ਅੰਡਰਸਟੈਂਡ ਕਰੋ। ਹਾਂਜੀ, ਸੈਂਟੈਂਸ ਨੂੰ ਸਮਝਣ ਲਈ ਤੁਸੀਂ ਕੀ ਕਰਨਾ, ਤੁਸੀਂ ਉਸ ਸੈਂਟੈਂਸ ਨੂੰ ਡਿਵਾਈਡ ਕਰ ਲੈਣਾ ਇਨਟੂ ਸਮਾਲ ਚੰਕਸ। ਹਾਂਜੀ, ਇਸ ਨੂੰ ਬੈਟਰ ਸਮਝਣ ਲਈ ਆਪਾਂ ਇੱਕ ਐਗਜ਼ਾਮਪਲ ਦੇਖ ਲੈਂਦੇ ਹਾਂ। ਫੋਰ ਐਗਜ਼ਾਮਪਲ ਸਾਡੇ ਕੋਲ ਸੈਂਟੈਂਸ ਹੈ ਜੀ ਦ ਲੈਕਚਰ ਔਨ ਚਾਈਲਡ ਸਾਈਕੋਲੋਜੀ ਹੈਜ਼ ਬੀਨ ਪੋਸਟਪੋਨ ਅੰਟਿਲ ਫਰਾਈਡੇ। ਹੁਣ ਜਦੋਂ ਤੁਸੀਂ ਇਹ ਸੈਂਟੈਂਸ ਸੁਣਦੇ ਹੋ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਉਸ ਨੂੰ ਅੰਡਰਸਟੈਂਡ ਕਰੋ ਕਿ ਜੋ ਸੈਂਟੈਂਸ ਕੰਪਿਊਟਰ ਬੋਲ ਰਿਹਾ ਉਹਦਾ ਮਤਲਬ ਕੀ ਹੈ, ਉਹਦਾ ਮਤਲਬ ਤੁਹਾਡੀ ਆਪਣੀ ਨੇਟਿਵ ਲੈਂਗੁਏਜ 'ਚ ਕੀ ਮਤਲਬ ਹੈ। ਮੀਨਸ ਦ ਲੈਕਚਰ ਔਨ ਚਾਈਲਡ ਸਾਈਕੋਲੋਜੀ ਹੈਜ਼ ਬੀਨ ਪੋਸਟਪੋਨ ਅੰਟਿਲ ਫਰਾਈਡੇ, ਮਤਲਬ ਚਾਈਲਡ ਸਾਈਕੋਲੋਜੀ ਤੇ ਜਿਹੜਾ ਲੈਕਚਰ ਹੈ ਉਹ ਅਗਲੇ ਫਰਾਈਡੇ ਤੱਕ ਪੋਸਟਪੋਨ ਹੋ ਗਿਆ। ਜੇਕਰ ਤੁਸੀਂ ਇਸ ਤਰੀਕੇ ਨਾਲ ਅੰਡਰਸਟੈਂਡ ਕਰੋਗੇ ਤਾਂ ਤੁਹਾਡੇ ਲਈ ਉਹ ਸੈਂਟੈਂਸ ਰਿਪੀਟ ਕਰਨਾ ਈਜ਼ੀ ਹੋ ਜਾਏਗਾ। ਇਸ ਨੂੰ ਬੈਟਰ ਵੇ ਨਾਲ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ ਕਿ ਤੁਸੀਂ ਇਸ ਨੂੰ ਸਮਾਲ ਚੰਕਸ 'ਚ ਡਿਵਾਈਡ ਕਰ ਸਕਦੇ ਹੋ। ਫੋਰ ਐਗਜ਼ਾਮਪਲ ਦ ਲੈਕਚਰ ਔਨ ਚਾਈਲਡ ਸਾਈਕੋਲੋਜੀ, ਇਹ ਫਸਟ ਪਾਰਟ ਹੋ ਗਿਆ, ਹੈਜ਼ ਬੀਨ ਪੋਸਟਪੋਨਡ ਇਹ ਸੈਕੰਡ ਪਾਰਟ ਹੋ ਗਿਆ, ਅੰਟਿਲ ਫਰਾਈਡੇ ਇਹ ਥਰਡ ਪਾਰਟ ਹੋ ਗਿਆ। ਮੀਨਸ ਕਿ ਤੁਸੀਂ ਸੈਂਟੈਂਸ ਨੂੰ ਸਮਾਲ ਚੰਕਸ ਵਿੱਚ ਸੋਚ ਸਕਦੇ ਹੋ। ਫਸਟ ਪਾਰਟ ਵਿੱਚ ਕੀ ਕਹਿ ਰਿਹਾ, ਦ ਲੈਕਚਰ ਔਨ ਚਾਈਲਡ ਸਾਈਕੋਲੋਜੀ, ਮੀਨਸ ਕਿ ਜਿਹੜਾ ਚਾਈਲਡ ਸਾਈਕੋਲੋਜੀ ਤੇ ਲੈਕਚਰ ਹੈ। ਸੈਕੰਡ ਪਾਰਟ ਵਿੱਚ ਹੈਜ਼ ਬੀਨ ਪੋਸਟਪੋਨ, ਉਹ ਪੋਸਟਪੋਨ ਹੋ ਚੁੱਕਾ ਹੈ। ਥਰਡ ਵਿੱਚ ਹੈ ਅੰਟਿਲ ਫਰਾਈਡੇ, ਮਤਲਬ ਫਰਾਈਡੇ ਤੱਕ। ਜੇਕਰ ਤੁਸੀਂ ਇਸ ਤਰੀਕੇ ਨਾਲ ਸੈਂਟੈਂਸ ਨੂੰ ਅੰਡਰਸਟੈਂਡ ਕਰੋਗੇ ਤਾਂ ਤੁਸੀਂ ਸੈਂਟੈਂਸ ਨੂੰ ਬੈਟਰ ਰਿਪੀਟ ਕਰ ਪਾਓਗੇ।
ਹਾਂਜੀ, ਜਦੋਂ ਕੰਪਿਊਟਰ ਸੈਂਟੈਂਸ ਬੋਲਦਾ ਹੈ ਤਾਂ ਉਸ ਨੂੰ ਰਿਪੀਟ ਕਰਨ ਲਈ ਜੋ ਗੈਪ ਹੁੰਦਾ ਹੈ ਉਹ ਵਿੱਚ ਸਿਰਫ 3 ਤੋਂ 4 ਸੈਕਿੰਡ ਦਾ ਹੁੰਦਾ ਹੈ। ਮਤਲਬ ਕਿ ਜਦੋਂ ਕੰਪਿਊਟਰ ਸੈਂਟੈਂਸ ਬੋਲ ਦਿੰਦਾ ਹੈ ਉਸ ਤੋਂ 3 ਜਾਂ 4 ਸੈਕਿੰਡ ਤੋਂ ਬਾਅਦ ਤੁਸੀਂ ਇਹ ਸੈਂਟੈਂਸ ਰਿਪੀਟ ਕਰਨਾ ਹੁੰਦਾ ਹੈ। ਤਾਂ ਇਹ ਜਿਹੜੀ ਪ੍ਰੋਸੈਸ ਮੈਂ ਤੁਹਾਨੂੰ ਦੱਸ ਰਿਹਾ ਵਾਂ ਇਹ ਇੱਕ ਜਾਂ ਦੋ ਵਾਰੀ ਕਰਨ 'ਚ ਨਹੀਂ ਆਏਗੀ, ਇਹਦੇ ਲਈ ਤੁਹਾਨੂੰ ਕੰਟੀਨਿਊਸਲੀ ਪ੍ਰੈਕਟਿਸ ਕਰਨੀ ਪਏਗੀ। ਜਿੰਨੀ ਜ਼ਿਆਦਾ ਤੁਸੀਂ ਪ੍ਰੈਕਟਿਸ ਕਰੋਗੇ ਓਨਾ ਜ਼ਿਆਦਾ ਤੁਹਾਡੀ ਜਿਹੜੀ ਸੈਂਟੈਂਸ ਨੂੰ ਅੰਡਰਸਟੈਂਡ ਕਰਨ ਦੀ ਐਬਿਲਿਟੀ ਹੈ ਉਹ ਵੱਧਦੀ ਜਾਏਗੀ। ਹਾਂਜੀ, ਨੈਕਸਟ ਹੈ ਜੀ ਡੂ ਨਾਟ ਟਰਾਈ ਟੂ ਮੈਮੋਰਾਈਜ਼। ਹਾਂਜੀ, ਜਦੋਂ ਵੀ ਤੁਸੀਂ ਸੈਂਟੈਂਸ ਸੁਣੋਗੇ ਤੁਸੀਂ ਉਸ ਨੂੰ ਮੈਮੋਰਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕਰਨੀ, ਤੁਸੀਂ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਨਹੀਂ ਕਰਨੀ, ਕਿਉਂਕਿ ਜੇਕਰ ਤੁਸੀਂ ਯਾਦ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਸਿਰਫ 4 ਜਾਂ 5 ਵਰਡ ਹੀ ਯਾਦ ਰੱਖ ਪਾਓਗੇ, ਇਸ ਤੋਂ ਜ਼ਿਆਦਾ ਤੁਸੀਂ ਵਰਡ ਯਾਦ ਨਹੀਂ ਰੱਖ ਪਾਓਗੇ। ਸੋ ਜੇਕਰ 6 ਜਾਂ 7 ਵਰਡਸ ਦਾ ਕੋਈ ਸੈਂਟੈਂਸ ਆਉਂਦਾ ਹੈ ਤਾਂ ਤੁਸੀਂ ਮੇ ਬੀ ਮੈਨੇਜ ਕਰ ਜਾਓ, ਪਰ ਇਸ ਤੋਂ ਵੱਡੇ ਸੈਂਟੈਂਸ ਨੂੰ ਤੁਸੀਂ ਮੈਨੇਜ ਨਹੀਂ ਕਰ ਪਾਓਗੇ, ਤੁਸੀਂ ਮੈਮੋਰਾਈਜ਼ ਨਹੀਂ ਕਰ ਪਾਓਗੇ। ਇਸ ਕਰਕੇ ਤੁਸੀਂ ਮੈਮੋਰਾਈਜ਼ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਹੈਗੀ। ਨੈਕਸਟ ਹੈ ਜੀ ਟਰਾਈ ਟੂ ਵਿਜ਼ੂਅਲਾਈਜ਼ ਦਾ ਸੈਂਟੈਂਸ। ਹਾਂਜੀ, ਇਹ ਵੀ ਇੱਕ ਬਹੁਤ ਵਧੀਆ ਟ੍ਰਿਕ ਹੈ ਜੀ। ਜਦੋਂ ਵੀ ਤੁਸੀਂ ਕੋਈ ਸੈਂਟੈਂਸ ਸੁਣਦੇ ਹੋ ਤੁਸੀਂ ਟਰਾਈ ਕਰੋ ਕਿ ਤੁਸੀਂ ਉਸ ਨੂੰ ਅੰਡਰਸਟੈਂਡ ਕਰੋ ਤੇ ਵਿਜ਼ੂਅਲਾਈਜ਼ ਕਰੋ, ਕਿ ਤੁਸੀਂ ਆਪਣੇ ਮਨ ਵਿੱਚ ਉਸ ਸੈਂਟੈਂਸ ਦੀ ਇੱਕ ਇਮੇਜ ਬਣਾਓ, ਕਿ ਜੋ ਵੀ ਸੈਂਟੈਂਸ ਉਹ ਬੋਲ ਰਿਹਾ ਤੁਸੀਂ ਉਸ ਦੀ ਇਮੇਜ ਬਣਾਓ ਆਪਣੇ ਮਨ ਵਿੱਚ। ਹਾਂਜੀ, ਹੁਣ ਲਾਸਟ ਤੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੀ ਪ੍ਰੈਕਟਿਸ। ਹਾਂਜੀ, ਇਹ ਟਾਸਕ ਇੰਨਾ ਈਜ਼ੀ ਟਾਸਕ ਨਹੀਂ ਹੈ, ਇਸ ਕਰਕੇ ਤੁਹਾਨੂੰ ਇਸ ਟਾਸਕ ਦੀ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰਨੀ ਪਵੇਗੀ ਤਾਂ ਕਿ ਤੁਸੀਂ ਆਪਣੀ ਵਰਕਿੰਗ ਮੈਮਰੀ ਨੂੰ ਟ੍ਰੇਨ ਕਰ ਸਕੋ ਬਾਈ ਯੂਜ਼ਿੰਗ ਥੀਸ ਟ੍ਰਿਕਸ। ਜੇਕਰ ਤੁਸੀਂ ਇਸ ਟ੍ਰਿਕਸ ਨੂੰ ਯੂਜ਼ ਕਰਕੇ ਪ੍ਰੈਕਟਿਸ ਕਰੋਗੇ ਤੇ ਆਪਣੀ ਵਰਕਿੰਗ ਮੈਮਰੀ ਨੂੰ ਟ੍ਰੇਨ ਕਰੋਗੇ ਤਾਂ ਤੁਸੀਂ ਇਹ ਟਾਸਕ ਈਜ਼ੀਲੀ ਕਰ ਸਕਦੇ ਹੋ। ਸੋ ਸਭ ਤੋਂ ਵੱਡੀ ਐਡਵਾਈਸ ਮੇਰੀ ਇਸ ਟਾਸਕ 'ਚ ਇਹੀ ਹੈ ਕਿ ਤੁਸੀਂ ਇਸ ਟਾਸਕ ਦੀ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰੋ। ਹਾਂਜੀ, ਇਸ ਟਾਸਕ ਨੂੰ ਲੈ ਕੇ ਬਹੁਤ ਹੀ ਸਟੂਡੈਂਟਸ ਦੇ ਕਾਮਨ ਕੁਐਸਚਨ ਹੁੰਦੇ ਨੇ, ਮੈਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਕੁਐਸਚਨਸ ਦੇ ਆਨਸਰ ਦੇਵਾਂ। ਹਾਂਜੀ, ਪਹਿਲਾ ਕੁਐਸਚਨ ਹੈ ਜੀ ਡਜ਼ ਮਾਈਕਰੋਫੋਨ ਸਟਾਪ ਰਿਕਾਰਡਿੰਗ ਆਫਟਰ 3 ਸੈਕਿੰਡਸ ਆਫ ਸਾਇਲੈਂਸ। ਕਿ ਜੇਕਰ ਤੁਸੀਂ 3 ਸੈਕਿੰਡ ਲਈ ਕੋਈ ਰਿਸਪੌਂਸ ਨਹੀਂ ਦਿੰਦੇ ਤਾਂ ਕੀ ਮਾਈਕਰੋਫੋਨ ਰਿਕਾਰਡਿੰਗ ਕਰਨੀ ਸਟਾਪ ਕਰ ਦਿੰਦਾ ਹੈ? ਇਹਦਾ ਆਨਸਰ ਹੈ ਜੀ ਯੈਸ। ਜੇਕਰ ਤੁਸੀਂ 3 ਸੈਕਿੰਡ ਲਈ ਕੋਈ ਰਿਸਪੌਂਸ ਨਹੀਂ ਦਿੰਦੇ ਤਾਂ ਕੰਪਿਊਟਰ ਤੁਹਾਡਾ ਆਨਸਰ ਰਿਕਾਰਡ ਨਹੀਂ ਕਰਦਾ, ਤੁਹਾਡਾ ਮਾਈਕਰੋਫੋਨ ਸਟਾਪ ਹੋ ਜਾਂਦਾ ਹੈ। ਫॉर ਐਗਜ਼ਾਮਪਲ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਰਿਪੀਟ ਸੈਂਟੈਂਸ ਜਦੋਂ ਕੰਪਿਊਟਰ ਬੋਲਦਾ ਉਸ ਤੋਂ ਬਾਅਦ ਤੁਹਾਡੇ ਕੋਲ 3 ਜਾਂ 4 ਸੈਕਿੰਡ ਹੁੰਦੇ ਨੇ ਆਨਸਰ ਸਟਾਰਟ ਕਰਨ ਲਈ। ਜਦੋਂ ਕੰਪਿਊਟਰ ਨੇ ਰਿਕਾਰਡਿੰਗ ਸ਼ੁਰੂ ਕਰਤੀ ਤੁਸੀਂ ਆਪਣਾ ਆਨਸਰ ਉਦੋਂ ਹੀ ਬੋਲਣਾ ਸ਼ੁਰੂ ਕਰ ਦੇਣਾ ਹੈ। ਜੇਕਰ ਤੁਸੀਂ 3 ਸੈਕਿੰਡ ਬਾਅਦ ਵਿੱਚ ਆਨਸਰ ਦਿੱਤਾ ਤਾਂ ਉਹ ਤੁਹਾਡਾ ਆਨਸਰ ਰਿਕਾਰਡ ਨਹੀਂ ਹੋਏਗਾ। ਹਾਂਜੀ, ਨੈਕਸਟ ਕੁਐਸਚਨ ਕੈਨ ਵੀ ਟੇਕ ਨੋਟਸ ਡਿਊਰਿੰਗ ਰਿਪੀਟ ਸੈਂਟੈਂਸ। ਕਿ ਅਸੀਂ ਰਿਪੀਟ ਸੈਂਟੈਂਸ ਟਾਸਕ ਵਿੱਚ ਨੋਟਸ ਲੈ ਸਕਦੇ ਹਾਂ? ਮੇਰੀ ਐਡਵਾਈਸ ਹੈ ਕਿ ਨਹੀਂ, ਕਿਉਂਕਿ ਜਿੱਦਾਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ 3 ਜਾਂ 4 ਸੈਕਿੰਡ ਤੋਂ ਬਾਅਦ ਤੁਹਾਨੂੰ ਆਨਸਰ ਰਿਪੀਟ ਕਰਨਾ ਪੈਂਦਾ, ਸੋ ਤੁਹਾਡੇ ਕੋਲ ਨੋਟਸ ਲੈਣ ਦਾ ਇਨਫ ਟਾਈਮ ਨਹੀਂ ਹੁੰਦਾ। ਜੇਕਰ ਤੁਸੀਂ ਸੁਣਦੇ ਦੌਰਾਨ ਨੋਟਸ ਲੈਣ ਦੇ ਚੱਕਰ ਵਿੱਚ ਪੈ ਜਾਓਗੇ ਤਾਂ ਤੁਸੀਂ ਉਸ ਸੈਂਟੈਂਸ ਨੂੰ ਸਹੀ ਤਰ੍ਹਾਂ ਬੋਲ ਨਹੀਂ ਪਾਓਗੇ, ਸੋ ਇਸ ਟਾਸਕ ਵਿੱਚ ਨੋਟਸ ਨਾ ਲਓ। ਨੈਕਸਟ ਕੁਐਸਚਨ ਹੈ ਜੀ ਸ਼ੈਲ ਵੀ ਪ੍ਰੈਸ ਨੈਕਸਟ ਆਫਟਰ ਆਵਰ ਰਿਸਪੌਂਸ ਔਰ ਵੇਟ ਟਿਲ ਰਿਕਾਰਡਿੰਗ ਐਂਡਸ। ਕਿ ਜਦੋਂ ਅਸੀਂ ਆਪਣਾ ਰਿਸਪੌਂਸ ਦੇ ਦਿੰਦੇ ਹਾਂ ਕਿ ਰਿਸਪੌਂਸ ਦੇਣ ਤੋਂ ਬਾਅਦ ਅਸੀਂ ਨੈਕਸਟ ਪ੍ਰੈਸ ਕਰ ਦਈਏ ਜਾਂ ਵੇਟ ਕਰੀਏ ਕਿ ਰਿਕਾਰਡਿੰਗ ਐਂਡ ਹੋਵੇ? ਜੀ ਹਾਂ, ਜੇ ਤੁਸੀਂ ਆਪਣਾ ਆਨਸਰ ਦੇ ਦਿੱਤਾ ਹੈ ਤਾਂ ਤੁਸੀਂ ਨੈਕਸਟ ਪ੍ਰੈਸ ਕਰ ਦਿਓ। ਉਹਦਾ ਰੀਜ਼ਨ ਇਹ ਹੈ ਕਿ ਜੇਕਰ ਤੁਸੀਂ ਵੇਟ ਕਰਦੇ ਹੋ ਕਿ ਰਿਕਾਰਡਿੰਗ ਐਂਡ ਹੋ ਜਾਏ ਤਾਂ ਕੀ ਹੋ ਸਕਦਾ ਹੈ ਕਿ ਮੇ ਬੀ ਜੇਕਰ ਤੁਹਾਡੇ ਨਾਲ ਦਾ ਸਟੂਡੈਂਟਸ ਜੋ ਕਿ ਟੈਸਟ ਦੇ ਰਿਹਾ ਜੇਕਰ ਉਹ ਵੀ ਇਸੇ ਸੈਕਸ਼ਨ ਕਰ ਰਿਹਾ ਜਾਂ ਕੋਈ ਹੋਰ ਸੈਕਸ਼ਨ ਕਰ ਰਿਹਾ ਤਾਂ ਉਹ ਬੋਲ ਰਿਹਾ ਤਾਂ ਉਹਦੇ ਵਰਡਸ ਕੰਪਿਊਟਰ ਕੈਪਚਰ ਕਰ ਸਕਦਾ ਹੈ। ਸੋ ਬੈਟਰ ਇਹੀ ਹੈ ਕਿ ਜਦੋਂ ਤੁਸੀਂ ਆਪਣਾ ਰਿਸਪੌਂਸ ਦੇ ਦਿੰਦੇ ਹੋ ਤਾਂ ਨੈਕਸਟ ਪ੍ਰੈਸ ਕਰ ਦਿਓ। ਨੈਕਸਟ ਕੁਐਸਚਨ ਹੈ ਜੀ ਡਜ਼ ਐਕਸੈਂਟ ਮੈਟਰਸ। ਨਹੀਂ ਜੀ, ਐਕਸੈਂਟ ਇਸ ਵਿੱਚ ਮੈਟਰ ਨਹੀਂ ਕਰਦਾ ਐਜ਼ ਲੌਂਗ ਐਜ਼ ਤੁਹਾਡੀ ਪ੍ਰੋਨਾਂਸੀਏਸ਼ਨ ਬਿਲਕੁਲ ਸਹੀ ਹੈ। ਸੋ ਜ਼ਿਆਦਾ ਫੋਕਸ ਤੁਸੀਂ ਪ੍ਰੋਨਾਂਸੀਏਸ਼ਨ ਤੇ ਦੇਣਾ ਹੈ, ਐਕਸੈਂਟ ਇਸ ਟਾਸਕ ਵਿੱਚ ਮੈਟਰ ਨਹੀਂ ਕਰਦਾ। ਸੋ ਇਹ ਸੀ ਜੀ ਕੁਝ ਕਾਮਨ ਕੁਐਸਚਨਸ ਜੋ ਕਿ ਇਸ ਟਾਸਕ ਰਿਗਾਰਡਿੰਗ ਸਟੂਡੈਂਟਸ ਦੇ ਹੁੰਦੇ ਨੇ।
हाँ जी, ये सी जी अज दी वीडियो रिपीट सेंटेंस ते आई होप कि तुहानू वीडियो पसंद आई। जेकर तुहानू साडी वीडियो पसंद आई तां प्लीज़ वीडियो नू लाइक कर दिओ ते साडा चैनल सबसक्राइब कर दिओ। इस चैनल ते मैं PTU दे होर भी डिफरेंट मॉड्यूल्स ते वीडियोस अपलोड करांगा ते होर भी प्रैक्टिस मटीरियल अपलोड करांगा। ते जेकर तुहाडा कोई भी क्वेश्चन है तां तुसीं कमेंट सैक्शन विच लिख सकदे हो या फिर तुसीं सानू फेसबुक या इंस्टाग्राम ते मैसेज कर सकदे हो। तुसीं सानू ईमेल भी कर सकदे हो ते सानू साडे गिवन नंबर ते WhatsApp या टेक्स्ट मैसेज भी कर सकदे हो। सो थैंक यू वंस अगेन।